ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਵਿੱਚ ਜੁੜ ਕੇ ਥੋੜਾ ਸਮਾਂ ਆਪਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਮਝੀਏ ਜੋ ਕਿ ਸਾਡੇ ਮਨ ਨੂੰ ਉਪਦੇਸ਼ ਹੈ ਸਤਿਗੁਰਾਂ ਦਾ। ਕਿਉਂਕਿ ਜੋ ਬਾਣੀ ਹੈ ਇਹ ਸਾਡੇ ਮਨ ਨੂੰ ਸੰਬੋਧਨ ਹੈ, ਮਨ ਨੂੰ ਉਪਦੇਸ਼ ਹੈ। ਇਸ ਕਰਕੇ ਆਪਾਂ ਜੋ ਵਿਚਾਰ ਕਰਦੇ ਹਾਂ ਸਾਰੀ ਮਨ ਤੇ ਕਰਦੇ ਹਾਂ। ਮਨ ਤੇ ਤਨ ਦੋਨੋਂ ਵੱਖਰੇ ਨੇ। ਮਨ ਨੂੰ ਜੇ ਬਣਜਾਰਾ ਕਿਹਾ ਹੈ, ਤਨ ਨੂੰ ਹਟ ਕਿਹਾ ਹੈ। ਜੇ ਮਨ ਨੂੰ ਕਿਰਸਾਨ ਕਿਹਾ ਹੈ, ਹਾਲੀ ਕਿਹਾ ਹੈ, ਤਾਂ ਤਨ ਨੂੰ ਖੇਤ ਕਿਹਾ ਹੈ। ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਤਨ ਹਟੜੀ ਇਹ ਮਨ ਵਣਜਾਰਾ। ਜੇ ਤਨ ਨੂੰ ਸਾਡੇ ਨੂੰ ਦੇਸ਼ ਕਿਹਾ ਹੈ ਤੇ ਮਨ ਨੂੰ ਰਾਜਾ ਕਿਹਾ ਹੈ। ਜੇ ਤਨ ਨੂੰ ਦਰਖਤ ਕਿਹਾ ਹੈ, ਮਨ ਨੂੰ ਪੰਛੀ ਕਿਹਾ ਹੈ। ਇਸ ਕਰਕੇ ਤਨ ਤੇ ਮਨ ਵੱਖਰੇ ਨੇ। ਜਿਹੜੀ ਗੁਰਬਾਣੀ ਹੈ ਇਹ ਮਨ ਦੇ ਵਾਸਤੇ ਹੈ। ਆਪਾਂ ਇਸ ਨੂੰ ਮਨ ਤੇ ਹੀ ਵਿਚਾਰ ਕਰਦੇ ਹਾਂ। ਜਿੱਥੇ ਆਪਾਂ ਵਿਚਾਰਦੇ ਸੀ ਕਿ ਜਿੱਥੇ ਆਪਾਂ ਉਸ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਾਂ, ਜਿੱਥੇ ਸਾਡਾ ਮਨ ਗਿਆਨ ਲੈ ਕੇ ਕਮਾ ਲੈਂਦਾ ਹੈ, ਰਤਨ ਨੂੰ ਕਮਾਉਂਦਾ ਹੈ, ਮਨ ਪਰੀ ਬਣ ਜਾਂਦਾ ਹੈ। ਪਰੀ ਜਿਹੜੀ ਕਹਿੰਦੇ ਸਵਰਗਾਂ 'ਚ ਰਹਿੰਦੀ ਹੈ। ਧਰਤੀ 'ਤੇ ਮਨੁੱਖ ਰਹਿੰਦਾ ਹੈ, ਪਰੀਆਂ ਸਵਰਗਾਂ 'ਚ ਰਹਿੰਦੀਆਂ ਨੇ। ਇਸ ਕਰਕੇ ਦੇਵੀ ਦੇਵਤੇ ਵੀ ਜਿੱਥੇ ਆਪਾਂ ਕਹਿ ਦਿੰਦੇ ਹਾਂ ਮਨ ਪ੍ਰਕਾਸ਼ ਹੋ ਜਾਂਦਾ ਹੈ, ਇੱਕ ਜੋਤ ਹੋ ਜਾਂਦਾ ਹੈ। ਫਿਰ ਉਸ ਰਾਗ ਰਤਨ ਸ਼ਬਦ ਨੂੰ ਕਮਾ ਕੇ ਫਿਰ ਇਹ ਮੁਕਤ ਹੁੰਦੀਆਂ ਨੇ। ਜਿੱਥੇ ਆਪਾਂ ਕੱਲ੍ਹ ਵਿਚਾਰਦੇ ਸੀ ਰਾਗ ਰਤਨ ਪਰੀਆਂ ਪਰਵਾਰ, ਤਿਸ ਵਿੱਚ ਉਪਜੈ ਅੰਮ੍ਰਿਤ ਸਾਰ। ਕਿਉਂਕਿ ਜਿਹੜਾ ਅੰਮ੍ਰਿਤ ਹੈ ਇਹ ਰਾਖਸ਼ਾਂ ਨੂੰ ਨਹੀਂ ਮਿਲਦਾ, ਇਹ ਅਸੁਰਾਂ ਨੂੰ ਨਹੀਂ ਮਿਲਦਾ, ਇਹ ਦੇਵਤਿਆਂ ਨੂੰ ਮਿਲਦਾ ਹੈ। ਪਹਿਲਾ ਮਨ ਸਾਡਾ ਗੁਰ ਦੇ ਗਿਆਨ ਦੁਆਰਾ ਮਨੁੱਖ ਤੋਂ ਦੇਵਤਾ ਬਣਦਾ ਹੈ। ਫਿਰ ਦੇਵਤਾ ਅੰਮ੍ਰਿਤ ਪੀ ਕੇ ਅਮਰ ਹੁੰਦਾ ਹੈ। ਨਾਨਕ ਕਰਤੇ ਕਾ ਇਹ ਧਨ ਮਾਲ। ਇੱਕ ਧਨ ਜਿਹੜਾ ਹੈ ਇਹ ਉਸ ਪ੍ਰਭੂ ਦਾ ਧਨ ਹੈ, ਜਿਹੜਾ ਨਾਮ ਹੈ ਅੰਮ੍ਰਿਤ ਹੈ। ਇਸ ਸੰਸਾਰ 'ਚੋਂ ਨਹੀਂ ਮਿਲਦਾ, ਕਿਸੇ ਬੰਦੇ ਦੇ ਕੋਲ ਨਹੀਂ ਹੈ, ਸੰਸਾਰ ਦੀਆਂ ਦੁਕਾਨਾਂ ਤੋਂ ਨਹੀਂ ਮਿਲਦਾ। ਇਹ ਕਿੱਥੋਂ ਮਿਲਦਾ ਹੈ? ਉਸ ਮਾਲਿਕ ਦੀ ਦਰਗਾਹ ਦੇ ਵਿੱਚੋਂ, ਉਸ ਸੱਚੇ ਪ੍ਰਭੂ ਦੀ ਹੱਟ ਦੇ ਉੱਤੋਂ। ਹੱਟਾਂ ਨੇ ਤਿੰਨ ਹੱਟਾਂ ਮਾਇਆ ਦੀਆਂ ਸੰਸਾਰ 'ਚ ਨੇ। ਚੌਥੀ ਹੱਟ ਜਿਹੜੀ ਹੈ ਉਹ ਪਰਮੇਸ਼ਰ ਦੀ ਹੈ, ਜੋ ਚੌਥੇ ਪਦ ਵਿੱਚ ਹੈ, ਜਿੱਥੋਂ ਸਾਨੂੰ ਅੰਮ੍ਰਿਤ ਪ੍ਰਾਪਤ ਹੁੰਦਾ ਹੈ, ਪ੍ਰਗਟ ਹੋ ਜਾਂਦਾ। ਜਿਹੜਾ ਗੁਪਤ ਹੈ ਪ੍ਰਗਟ ਹੋ ਜਾਂਦਾ ਹੈ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ ਕਿ ਇੱਕ ਹੀ ਗਿਆਨ ਹੈ, ਇੱਕ ਗੁਰ ਹੈ, ਏਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਇੱਕੋ ਸ਼ਬਦ ਹੀ ਵਿਚਾਰ ਹੈ। ਸੱਚਾ ਸੌਦਾ ਹੱਟ ਸੱਚ, ਰਤਨੀ ਭਰੇ ਭੰਡਾਰ। ਵੀ ਜਿੱਥੇ ਸੱਚਾ ਸੌਦਾ ਹੈ ਉਹ ਸੱਚੀ ਹੱਟ ਹੈ, ਉੱਥੇ ਰਤਨਾਂ ਦਾ ਭੰਡਾਰ ਭਰਿਆ ਹੈ। ਗੁਰ ਕਿਰਪਾ ਤੇ ਪਾਈਐ ਜੇ ਦੇਵੈ ਦੇਵਨਹਾਰ। ਗੁਰ ਦਾ ਗਿਆਨ ਲੈ ਕੇ ਜਦੋਂ ਉੱਥੇ ਜਾਂਦੇ ਹਾਂ, ਗੁਰ ਦੀ ਕਿਰਪਾ ਨਾਲ ਮਿਲਦਾ ਹੈ। ਪਰ ਦੇਣਾ ਕਿਸ ਨੇ ਹੈ? ਪਰਮੇਸ਼ਰ ਨੇ।
ਬਿਖ ਵਿੱਚ ਅੰਮ੍ਰਿਤ ਪ੍ਰਗਟਿਆ। ਬਿਖ ਦੇ ਵਿੱਚ ਅੰਮ੍ਰਿਤ ਪ੍ਰਗਟ ਹੋ ਜਾਂਦਾ ਹੈ। ਸੱਚਾ ਸੌਦਾ ਲਾਭ ਸਦਾ ਖੱਟਿਆ ਨਾਮ ਅਪਾਰ। ਬਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਮਿਲਾਵਨ ਪਿਆਵਨ ਹਾਰ। ਇਸ ਤਰੀਕੇ ਨਾਲ ਇੱਥੇ ਪ੍ਰਗਟ ਹੋ ਜਾਂਦਾ ਹੈ ਜਦੋਂ ਅਸੀਂ ਇਹ ਗੁਰ ਦੇ ਗਿਆਨ ਦੁਆਰਾ ਚੱਲਦੇ ਹਾਂ। ਕਿਉਂਕਿ ਸਾਰਾ ਕੁਛ ਸੰਸਾਰ ਵਿੱਚ ਨਹੀਂ ਹੈ, ਇਹ ਮਾਲਕ ਦੇ ਸਾਡੇ 10ਵੇਂ ਦੁਆਰ 'ਚ ਹੈ, ਦਰਗਾਹ ਦੇ ਵਿੱਚ ਹੈ। ਇਸ ਕਰਕੇ ਸਾਨੂੰ ਸਮਝਾਉਂਦੇ ਨੇ, ਪਰ ਇਸ ਨੂੰ ਜੇਕਰ ਕੋਈ ਬੁੱਝ ਸਕਦਾ ਹੈ ਫਿਰ ਉੱਥੋਂ ਹੀ ਆਪਾਂ ਵਿਚਾਰ ਕਰਦੇ ਹਾਂ। ਜੇ ਕੋ ਬੂਝੈ ਇਹ ਵਿਚਾਰ। ਜਦੋਂ ਇਸ ਵਿਚਾਰ ਨੂੰ ਕੋਈ ਬੁੱਝ ਲੈਂਦਾ, ਬੁੱਝਦਾ ਕਦੋਂ ਹੈ? ਜਦੋਂ ਬੁਝਾਉਂਦਾ ਹੈ। ਜਿਸੈ ਬੁਝਾਏ ਸੋਈ ਬੁਝੈ। ਬੁਝਦਾ ਇਸ ਨੂੰ ਕੌਣ ਹੈ? ਜਿਹਨੂੰ ਬੁਝਾਉਂਦਾ ਹੈ। ਬੁਝਾਉਂਦਾ ਕਦੋਂ ਹੈ? ਜਦੋਂ ਕੁਛ ਹੁੰਦਾ ਹੈ। ਇਹ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅੱਗੇ ਆਪਾਂ ਵਿਚਾਰ ਕਰਦੇ ਹਾਂ। ਫਿਰ ਆਸਾ ਰਾਗ ਦੇ ਵਿੱਚ ਮਹੱਲੇ ਪਹਿਲੇ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਗਾਵੋ ਗਾਵੋ ਕਾਮਨੀ ਵਿਵੇਕ ਵਿਚਾਰ। ਹਮਰੇ ਘਰ ਆਇਆ ਜਗ ਜੀਵਨ ਪਤਾਲ। ਕਾਮਨੀ ਕਹਿ ਦਿੰਦੇ ਔਰਤ ਨੂੰ, ਤੇ ਉਹ ਗਾਉਂਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਮਾਲਕ ਆ ਕੇ ਵਸ ਜਾਂਦਾ ਹੈ। ਪਤਾਰ ਕਹਿੰਦੇ ਪਤੀ ਨੂੰ। ਸਾਡਾ ਸਾਰਿਆਂ ਦਾ ਕੌਣ ਹੈ? ਖਸਮ ਪਤੀ ਪਰਮੇਸ਼ਰ। ਆਪਾਂ ਸਾਰੇ ਉਸ ਦੀਆਂ ਲਾਲਾਂ ਹਾਂ। ਪਰ ਉਹਦੇ ਬਾਰੇ ਕੌਣ ਗਾਉਂਦੀਆਂ ਨੇ? ਜਿਨ੍ਹਾਂ ਦੇ ਘਰ ਵਿੱਚ ਆ ਕੇ ਬਸਿਆ ਹੈ। ਕਿਵੇਂ ਆਉਂਦਾ ਹੈ? ਹੁਣ ਇਹ ਸ਼ਬਦ ਦੇ ਵਿੱਚ ਸਾਨੂੰ ਫਿਰ ਸਮਝਾਇਆ ਹੈ ਕਿ ਕਿਵੇਂ ਸਾਡੇ ਘਰ ਵਿੱਚ ਆਇਆ। ਜਿਨ੍ਹਾਂ ਦੇ ਘਰ 'ਚ ਆ ਗਿਆ ਉਹ ਫਿਰ ਸਾਨੂੰ ਸਮਝਾਉਂਦੇ ਨੇ। ਕੀ ਸਮਝਾਉਂਦੇ ਨੇ? ਕਰ ਕਿਰਪਾ ਆਪਣੇ ਘਰ ਆਇਆ, ਤਾਂ ਮਿਲ ਸਖੀਆਂ ਕਾਜ ਰਚਾਇਆ। ਜਿਨ੍ਹਾਂ ਦੇ ਕਿਰਪਾ ਕਰਦਾ ਹੈ ਉਹਨਾਂ ਦੇ ਘਰ ਵਿੱਚ ਆ ਕੇ ਵਸ ਜਾਂਦਾ ਹੈ। ਇਹਨੂੰ ਆਪਾਂ ਪੜ੍ਹਦੇ ਵੀ ਹਾਂ ਕਿ ਜਿੱਥੇ ਫਿਰ ਇਸ ਸ਼ਬਦ ਨੂੰ ਗਾਇਆ ਜਾਂਦਾ ਹੈ, ਸ਼ਬਦ ਦਿੱਤਾ ਜਾਂਦਾ ਹੈ, ਸ਼ਬਦ ਵੱਜਦਾ ਹੈ, ਜਾਂ ਜਿਨ੍ਹਾਂ ਨੂੰ ਮਾਲਕ ਨਾਮ ਦੇ ਵਿੱਚ ਲਾਉਂਦਾ ਹੈ, ਜਿਸਨੂੰ ਆਪਾਂ ਪੜ੍ਹਦੇ ਹਾਂ। ਬਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਬਾਜੇ ਕਲਾ ਜਿਤ ਘਰ ਧਾਰੀਆ। ਪੰਜ ਦੂਤ ਉਦਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਫਿਰ ਜਿਨ੍ਹਾਂ ਦੇ ਅੰਦਰੋਂ ਇਹ ਕੱਢ ਦਿੰਦਾ ਹੈ ਉੱਥੇ ਆ ਕੇ ਆਪ ਵਸ ਜਾਂਦਾ ਹੈ ਉਹ ਸੱਚੇ ਘਰ ਦੇ ਵਿੱਚ। ਤੇ ਉੱਥੇ ਫਿਰ ਇਹ ਕਾਜ ਰਚਾਇਆ ਜਾਂਦਾ ਹੈ ਪ੍ਰਭੂ ਨੂੰ ਮਿਲਣ ਦਾ। ਜਿਸ ਤਰ੍ਹਾਂ ਆਪਾਂ ਸੰਸਾਰ 'ਚ ਵਿਆਹ ਰਚਦੇ ਹਾਂ, ਇੱਦਾਂ ਹੀ ਇੱਥੇ ਵਿਆਹ ਦੀ ਗੱਲ ਹੈ। ਦੇਖ ਦੇਖ ਮਨ ਆਨੰਦ ਪਿਆ, ਸੌ ਵਿਆਹਣ ਆਇਆ। ਆਪ ਪ੍ਰਭੂ। ਹੁਣ ਆਪਾਂ ਵੀ ਦੇਖਦੇ ਹਾਂ, ਜਦੋਂ ਲੜਕੀ ਪਸੰਦ ਆ ਜਾਂਦੀ ਹੈ ਸਾਰੀ, ਫਿਰ ਆਪ ਅਸੀਂ ਵਿਆਹੁਣ ਜਾਂਦੇ ਹਾਂ ਲੜਕੀ ਨੂੰ। ਲੜਕੀ ਨਹੀਂ ਵਿਆਹੁਣ ਆਉਂਦੀ, ਕੌਣ ਜਾਂਦਾ ਹੈ? ਮੁੰਡੇ ਵਾਲੇ ਜਾਂਦੇ ਨੇ ਜੰਝ ਲੈ ਕੇ। ਇੱਦਾਂ ਹੀ ਜਦੋਂ ਅਸੀਂ ਪ੍ਰਭੂ ਨੂੰ ਪਾ ਜਾਂਦੇ ਹਾਂ ਫਿਰ ਆਪ ਸਾਡੇ ਘਰ ਵਿਆਹੁਣ ਆਉਂਦਾ ਹੈ, ਆਪ ਸਾਨੂੰ ਆਪਣੀ ਬਣਾ ਲੈਂਦਾ ਹੈ। ਇੱਥੇ ਵੀ ਸਾਨੂੰ ਇਸ ਆਪ ਪ੍ਰਭੂ ਕਿਰਪਾ ਕਰਦਾ ਹੈ, ਆਪ ਇਹ ਕਾਰਜ ਰਚਾਉਂਦਾ ਹੈ, ਆਪ ਘਰ ਵਿੱਚ ਆਉਂਦਾ ਹੈ। ਮਨ ਆਨੰਦ ਵਿੱਚ ਆ ਗਿਆ ਦੇਖ ਕੇ, ਕਿਉਂਕਿ ਪਤਾ ਲੱਗ ਗਿਆ ਕਿ ਹੁਣ ਮੈਨੂੰ ਇਹ ਵਿਆਹੁਣ ਆਇਆ ਹੈ। ਦੇਖ ਖੇਲ ਦੇਖ ਮਨ ਆਨੰਦ ਪਿਆ, ਸੌ ਸੌ ਵਿਆਹਣ ਆਇਆ। ਕਿੱਥੇ ਵਿਆਹ ਹੋਇਆ?
गुरु द्वारा हमरा ब्याह जे हुआ। किथे होया? गुरु द्वारे। गुरु कौन है? आप। पर किथे जिथे जिमें आपां अगे अग्नि ते फेरे लैंदे सी, इत्थे ये नाभि है साडी जिथों पौण अंदर जाती है। इत्थे ही साडे फेरे हुंदे ने मालिक दे नाल। इत्थों द्वारा है जिथे मालिक ते इधर साडा घर है। इधर इत्थे सानू ब्याहना हुंदा है। गुर दे ज्ञान द्वारा साडा ब्याह हुंदा है। जां सौ मिलिया तां जानिया, जदों फिर मिलता है ब्याहना आउंदा है, फिर आपां उसनूं देखते हैं। क्योंकि उन्नी देर ना सानू दिसदा ते ना अज भी आपां देखते हाँ कुछ समा पहला कि ब्याह तो बाद ही एक दूजे नूं देखते सी। लाड़े दे भी सेहरा बन्निया हुंदा सी, लाड़ी दा भी कुंड कढ़िया हुंदा सी। इदां ही उस जदों जानते कदों जदों आके मिलता है, घर च आउंदा है, फिर ही जानते हाँ, नहीं तो वह भी गुप्त है। इस करके आपां नूं समझाउंदे ने, कहंदे फिर उसनूं देखिया जानिया जद वह मिलिया ते लोका मह शब्द रविया है, आप गया मन माने। फिर वो शब्द द्वारा जदों आपा खत्म हो गया, आपा खत्म की हो गया कि आपा उहदे हो गए, दो तो एक हो गए। जिवें संसार दे विच भी महाराज समझाउंदे ने, आप पढ़ते हाँ कि जे आपां एक नहीं होए फिर आपां नूं धन फिर नहीं कहा जाता। दो कट्ठे बैठ के धन फिर नहीं। मूर्तां दो दिसन पर जोत एक हो गई। धन फिर ये ना आखी है, बहन इकट्ठे होए एक जोत दो मूर्ति, धन फिर कही है सोए। इत्थों समझाउंदे ने फिर आपा खत्म होया, फिर वो ही रह गया। ते लोका मैं शब्द रविया है, आप गया मन। फिर वो देखा भी ये तो हर थां रविया है, जो सातों दूर सी गुप्त सी। फिर देखे भी तो त्रिलोकी च भी हर थां ते बसदा है। अपना कारज आप सवारे, होरन कारज ना होई। ये कारज जिहड़ा है आप करदा है, कोई होर नहीं कर सकता, कोई भी नहीं कर सकता, आप करदा है। पर आपां एक विचोला है जिहड़ा विच अपना कारज करदा। वो भी विचोला कौन है? ज्ञान। विचोला कौन है? ज्ञान। जिस ज्ञान द्वारा आपां अपना उस मालिक दे नाल ब्याह हुंदा है, जिहड़ा सानू उस दे लायक बना दिंदा है। जिसनों पाउण दा शब्द भी क्या है, पाउण विचोला भी क्या, क्योंकि शब्द किहड़ा है जिहड़ा आपां ज्ञान लैंदे मुख तो बोल के दसदे ने, वो पाउण विचोला बन जाता है। जित कारज सत संतोख दया धर्म है, गुरमुख बूझै कोई। पर इस नूं कौन बुझदा है? जिहड़े गुरमुख ने। जिथे साडे वो घर जिथे ये वस्तां पईयां ने, किहड़ियां वस्तां ने? सच, संतोख, दया, नाम। वो गुरमुख बुझ लैंदा है, क्योंकि मालिक नूं कौन पाउंदा है? किहड़ा शिंगार करना है सानू? संतोख दा, दया दा, खिमा दा। ये शिंगार है। पर जब तक आपां नूं ज्ञान नहीं, आपो शिंगार नहीं कर सकते, तो जब तक शिंगार नहीं करते मालिक नूं पाउंदे नहीं, तो वो सानू ब्याहण नहीं आउंदा। पर इस करके बुझदा कौन है? कोई गुरमुख बुझदा है। वो फिर सानू दसदा है किवें आपां मन नूं संतोखना है, किवें आपां दया करनी है, किवें क्षमा करनी है। वो सारा कुछ ही फिर जदों आपां समझ के चलते हाँ
ਦਇਆ ਕਿਸ ਤੇ ਕਰਨੀ ਹੈ? ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਆਪ ਤੇ ਹੀ ਦਇਆ ਕਰਨੀ ਪੈਂਦੀ ਹੈ, ਕਿਉਂਕਿ ਆਪਣੇ ਆਪ ਨੂੰ ਹੀ ਸਵਰਨਾ ਹੈ ਖੁਦ ਤੇ। ਜਦੋਂ ਆਪਣੇ ਆਪ ਨੂੰ ਸਵਾਰ ਲਿਆ, ਫਿਰ ਅਸੀਂ ਉਹੀ ਤਰੀਕਾ ਦੂਜੇ ਨੂੰ ਦੱਸ ਸਕਦੇ ਹਾਂ ਵੀ ਇੱਦਾਂ ਆਪਾਂ ਕਰਨਾ ਹੈ। ਇਸ ਕਰਕੇ ਸਮਝਾਉਂਦੇ ਨੇ, ਭਨਤ ਨਾਨਕ ਸਭਨਾ ਕਾ ਫਿਰ ਏਕੋ ਸੋਏ। ਸਾਰਿਆਂ ਦਾ ਇੱਕੋ ਹੀ ਹੈ, ਪਰ ਜਿਨ੍ਹਾਂ ਨੂੰ ਗਿਆਨ ਹੋ ਗਿਆ, ਜਿਨ੍ਹਾਂ ਦਾ ਹੋ ਗਿਆ, ਉਹ ਫਿਰ ਪਤਾ ਚੱਲਦਾ ਵੀ ਸਾਡਾ ਸਾਰਿਆਂ ਦਾ ਫਿਰ ਇੱਕ ਹੀ ਹੈ। ਸਭਨਾ ਕਾ ਸੋ ਇੱਕ ਹੈ। ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ। ਜਿਸ ਨੂੰ ਨਦਰ ਕਰਦਾ ਹੈ, ਪ੍ਰਗਟ ਹੋ ਜਾਂਦਾ ਹੈ, ਉਹ ਅੱਖਾਂ ਦੇ ਦਿੰਦਾ ਹੈ ਜਿਨ੍ਹਾਂ ਦੇ ਨਾਲ ਦਿਸਦਾ ਹੈ, ਤੇ ਫਿਰ ਉਹ ਸੁਹਾਗਣ ਬਣਦੀ ਹੈ। ਇਸ ਕਰਕੇ ਇਹ ਸਾਰਾ ਹੀ ਖੇਲ ਸ਼ੁਰੂ ਕਿੱਥੋਂ ਹੁੰਦਾ ਹੈ? ਗੁਰੂਦੁਆਰੇ ਤੋਂ। ਜਿਵੇਂ ਆਪਾਂ ਆਨੰਦ ਕਾਰਜ ਕਰਵਾਉਂਦੇ ਹਾਂ ਗੁਰਦੁਆਰੇ ਸਰੀਰਾਂ ਦੇ, ਪਰ ਮਨ ਦਾ ਜਿਹੜਾ ਹੈ ਉਹ ਹੈ ਇੱਥੇ ਜਿੱਥੇ ਸਾਡੇ ਘਰ ਤੇ ਉਸ ਘਰ ਦੀ ਹੱਦਬੰਦੀ ਹੈ। ਉੱਥੇ ਆਪਾਂ ਬੈਠ ਕੇ ਜਦੋਂ ਅਭਿਆਸ ਕਰਦੇ ਹਾਂ, ਫਿਰ ਉਸ ਸੰਤੋਖਦੇ ਹਾਂ ਮਨ ਨੂੰ। ਸੰਤੋਖਣਾ ਕੀ ਹੈ? ਪਹਿਲਾਂ ਨੇਤਰ ਸੰਤੋਖਦੇ ਹਾਂ, ਨੇਤਰ ਦਾ ਸੰਤੋਖਣਾ ਕਿਆ ਹੈ? ਲਿਵ ਲਾਉਂਦੇ ਹਾਂ। ਫਿਰ ਮਨ ਨੂੰ ਸੰਤੋਖਦੇ ਹਾਂ, ਫਿਰ ਮਨ ਦਾ ਸੰਤੋਖਣਾ ਕਿਆ ਹੈ? ਕਿ ਦੂਜੇ ਦਾ ਪਿਆਰ ਛੱਡ ਕੇ ਪ੍ਰਭੂ ਦੇ ਨਾਲ ਪਿਆਰ ਪਾਉਂਦੇ ਹਾਂ। ਇਹਨੂੰ ਮਹਾਰਾਜ ਸਮਝਾਉਂਦੇ ਨੇ, ਨੇਤਰ ਸੰਤੋਖੈ ਏਕ ਲਿਵ ਲਾਏ, ਮਨ ਸੰਤੋਖਿਆ ਦੂਜਾ ਭਾਉ ਗਵਾਏ। ਜਦੋਂ ਆਪਾਂ ਫਿਰ ਉਸਦੇ ਹੁੰਦੇ ਹਾਂ, ਫਿਰ ਉਹ ਸਾਡਾ ਹੋ ਜਾਂਦਾ ਹੈ। ਜਦੋਂ ਹੋ ਜਾਂਦਾ ਹੈ, ਫਿਰ ਉਹ ਸਾਨੂੰ ਛੱਡ ਕੇ ਨਹੀਂ ਜਾਂਦਾ। ਇਹ ਉਸ ਦੀ ਰੀਤ ਹੈ ਪ੍ਰਭੂ ਦੀ। ਸਖੀ ਫਿਰ ਵਸ ਆਇਆ, ਫਿਰ ਛੋੜ ਨਾ ਜਾਈ। ਇਹ ਰੀਤ ਭਲੀ ਭਗਵੰਤੇ। ਜਿਹਦੇ ਵਸ ਆ ਗਿਆ ਇੱਕ ਵਾਰੀ, ਫਿਰ ਛੱਡ ਕੇ ਨਹੀਂ ਜਾਂਦਾ, ਕਿਉਂਕਿ ਨਾ ਅਸੀਂ ਉਸ ਨੂੰ ਛੱਡ ਸਕਦੇ ਹਾਂ, ਕਿਉਂਕਿ ਉਹਦੇ ਵਰਗਾ ਦੂਜਾ ਹੈ ਨਹੀਂ, ਤੇ ਨਾ ਉਹ ਸਾਨੂੰ ਛੱਡਦਾ ਹੈ। ਜਿਨ੍ਹਾਂ ਦੀ ਪ੍ਰੀਤ ਪਈ ਹੈ, ਉਹਨਾਂ ਦੱਸਿਆ ਹੈ ਕਿ ਇੰਨਾ ਸਾਨੂੰ ਉਸਨੇ ਆਪਣੇ ਵਿੱਚ ਖਿੱਚ ਲਿਆ ਹੈ ਕਿ ਹੁਣ ਤੋੜਿਆਂ ਵੀ ਟੁੱਟਦੇ ਹੀ ਨਹੀਂ, ਛੋੜਿਆਂ ਵੀ ਛੁੱਟਦੇ ਨਹੀਂ। ਜਿਨ੍ਹਾਂ ਦੀ ਪ੍ਰੀਤ ਪੈ ਗਈ, ਪੰਚਮ ਪਾਤਸ਼ਾਹ ਸੁਣਾਉਂਦੇ ਨੇ, ਮੋਹਿ ਲਾਲਨ ਸਿਓ ਪ੍ਰੀਤ ਬਣੀ, ਤੋੜੀ ਨਾ ਟੂਟੈ, ਛੋੜੀ ਨਾ ਛੁਟੈ, ਐਸੀ ਮਾਧੋ ਖਿੰਚ ਤਣੀ। ਕਹਿੰਦਾ ਇੰਨਾ ਪਿਆਰ ਪਾ ਲਿਆ, ਟੁੱਟਦਾ ਨਹੀਂ, ਛੱਡਿਆ ਛੱਡਦਾ ਨਹੀਂ। ਆਓ ਅਗਲਾ ਸ਼ਬਦ ਹੈ ਆਸਾ ਮਹੱਲਾ ਪਹਿਲਾ। ਰਹੋ ਪੰਕਤੀਆਂ ਨੇ, ਮਨ ਚੂਰੈ ਖਟ ਦਰਸ਼ਨ ਜਾਣ, ਅਧਿਕ ਤਿਆਸ ਸਰਬ ਜੋਤ ਪੂਰਨ ਭਗਵਾਨ। ਹੁਣ ਮਨ ਹੈ, ਜਦੋਂ ਉਸ ਪ੍ਰਭੂ ਦੇ ਦਰਸ਼ਨਾਂ ਨੂੰ ਲੋਚਦਾ ਹੈ, ਫਿਰ ਇਸ ਦਾ ਭੋਜਨ ਕੀ ਬਣ ਜਾਂਦਾ ਹੈ? ਪ੍ਰਭੂ ਦੇ ਦਰਸ਼ਨ। ਤੇ ਫਿਰ ਦੇਖਦਾ ਹੈ ਕਿ ਸਾਰਿਆਂ 'ਚ ਉਹ ਮਾਲਿਕ ਹੈ, ਕਿਉਂਕਿ ਜਦ ਤੱਕ ਸਾਨੂੰ ਭੁੱਖ ਨਹੀਂ ਉਹਦੇ ਦਰਸ਼ਨਾਂ ਦੀ, ਉਦੋਂ ਤੱਕ ਦਰਸ਼ਨ ਵੀ ਨਹੀਂ ਹੁੰਦੇ। ਜਿਸ ਜਨ ਕੋ ਪ੍ਰਭ ਦਰਸ ਪਿਆਸਾ। ਜਦੋਂ ਦਰਸ਼ਨਾਂ ਦੀ ਪਿਆਸ ਲੱਗਦੀ ਹੈ, ਤੇ ਫਿਰ ਉਸ ਦੇ ਦਰਸ਼ਨ ਹੁੰਦੇ ਨੇ। ਮਨ ਚਉ ਪਿਆ ਦਰਸ਼ਨ ਦੇਖਣੇ ਕਾ ਚਾਉ। ਤੇ ਮਨ ਦੇ ਵਿੱਚ ਆਸਾ ਪੈਦਾ ਹੁੰਦੀ ਦਰਸ਼ਨ ਦੇਖਣੇ ਦੀ, ਫਿਰ ਉਹ ਚਾਅ ਪੈਦਾ ਹੁੰਦਾ, ਫਿਰ ਭੁੱਖ ਲੱਗਦੀ ਹੈ ਦਰਸ਼ਨਾਂ ਦੀ, ਫਿਰ ਉਸ ਦੇ ਦਰਸ਼ਨ ਹੁੰਦੇ ਨੇ। ਫਿਰ ਦਰਸ਼ਨ ਕਰਦੇ ਨੇ, ਕਿੱਥੇ ਦਰਸ਼ਨ ਕਰਦੇ ਹਾਂ? ਕਿੱਡਾ ਕੁ ਮਾਲਕ ਹੈ, ਸਾਰਿਆਂ 'ਚ ਹੀ ਵਸਦਾ ਹੈ। ਸਰਬ ਜੋਤ ਪੂਰਨ ਭਗਵਾਨ। ਵੀ ਉਹ ਤਾਂ ਸਾਰਿਆਂ 'ਚ ਉਸੇ ਦੀ ਜੋਤ ਹੈ।
ਇਹ ਤਾਂ ਦੋ ਰੂਪ ਹੀ ਉਸ ਪ੍ਰਭੂ ਦੇ ਨੇ। ਇੱਕ ਸਰਗੁਣ ਹੈ, ਇੱਕ ਨਿਰਗੁਣ ਹੈ। ਨਿਰਗੁਣ ਆਪ ਸਰਗੁਣ ਵੀ ਉਹੀ, ਵੀ ਦੋਨੇ ਉਸੇ ਦੇ ਨੇ। ਨਿਰਗੁਣ ਵੀ ਉਹ, ਸਰਗੁਣ ਵੀ ਉਹ। ਕਲਾਤਾਰ ਜਿਨ ਸਗਲੀ ਮੋਹੀ। ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਇਹ ਰਹੋ ਪੰਕਤੀਆਂ ਨੇ। ਹੁਣ ਇਸ ਨੂੰ ਪਾਉਣ ਦੇ ਵਾਸਤੇ ਕੀ ਹੈ, ਕਿਵੇਂ ਇਸ ਅਵਸਥਾ 'ਚ ਜਾਣ ਦਾ ਤਰੀਕਾ ਹੈ। ਗ੍ਰਹਿ ਬਨ ਸਮਸਰ ਸਹਿਜ ਸੋ ਪਾਏ। ਹੁਣ ਪ੍ਰਭੂ ਨੂੰ ਕੀ ਪਾਉਂਦਾ ਹੈ? ਸਹਿਜ ਕਿਹਨੂੰ ਕਿਹਾ ਹੈ? ਪਰਮੇਸ਼ਰ ਨੂੰ। ਚੌਥੇ ਪਦ ਜਿੱਥੋਂ ਆਪਾਂ ਪੈਦਾ ਹੋਏ, ਸਹਿਜ ਹੈ ਚੌਥਾ ਪਦ ਜਿਹਨੂੰ, ਕਿਉਂਕਿ ਸਹਿਜ ਤ੍ਰੈ ਗੁਣਾ 'ਚ ਨਹੀਂ ਹੈ, ਚੌਥੇ ਪਦ ਦੇ ਵਿੱਚ ਹੈ। ਚੌਥੇ ਪਦ ਮੈਂ ਸਹਿਜ ਹੈ। ਜਦੋਂ ਸਹਿਜ ਨੂੰ ਕੀ ਪਾਉਂਦਾ ਹੈ? ਜਦੋਂ ਅਸੀਂ ਘਰ ਤੇ ਬਨ ਬਰਾਬਰ ਕਰ ਲੈਂਦੇ ਹਾਂ। ਘਰ ਨੂੰ ਹੀ, ਜਾਂ ਆਪਾਂ ਕਹਿ ਦਈਏ ਵੀ ਘਰ ਨੂੰ ਹੀ ਅਸੀਂ ਬਨ ਬਣਾ ਲੈਂਦੇ ਹਾਂ, ਜਿਸ ਨੂੰ ਦਸਮ ਪਾਤਸ਼ਾਹ ਜੀ ਵੀ ਸਮਝਾਉਂਦੇ ਨੇ ਕਿ ਐਸਾ ਆਪਾਂ ਸੰਨਿਆਸ ਲੈਣਾ ਹੈ। ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਭੇ ਕੋ ਸਮਝੋ। ਮਨ ਹੀ ਮਾਹੇ ਉਦਾਸਾ जत की जटा जोग को मंजन नेम के नखन बढ़ाओ। ज्ञान गुरु आत्म उपदेशो नाम विभूत लगाओ। अल्प आहार सुलभ सिद्ध निंद्रा दया शिमा तन प्रीत। ये बीच आ गए दया शिमा प्रीत। दया शिमा तन प्रीत सीर संतोख सदा निर्वैवो हवैवो त्रै गुण अतीत। काम क्रोध अहंकार लोभ हठ मोह न मन स्यो ल्यावै। तब ही आत्म तत्व को दर्शै परम पुरख कह पावै। ये चीज़ां जदों साडे बस जांदियां ने, इदां आपां शिगार कर लैंदे हां, फिर आपां उस नूं पाउंदे हां। घर ते बन कि कोई बन नहीं छड्ड के जाना, घर च ही रहना है कि इत्थे सारा उसे दा ही है, अपना कुछ भी नहीं है। त्यागना क्यों जाते सी बना नूं कि असी त्यागता सारा कुछ, पर शरीर करके त्याग जाते, ध्यान फिर कित्थे फिरदा? घर दे विच। शरीर करके घर नहीं त्यागना, त्यागना कर किस करके आ? मन करके। उदासी किसने लैनी? मन ने। घर नूं ही बन बना लेना है। दुरमत गत पई कीरत ठाए। इदां ही जिहड़ी दुरमत वो दूर हो जाती है जदों फिर असीं उस प्रभु की कीरत करते हाँ, उसका ज्ञान लैंदे हाँ। सच पौड़ी साचो मुख नाओ। सच्ची पौड़ी है, मुख ते ही नाम प्रगट होना है। पौड़ी आपां कित्थों चढ़दे? सच्ची पौड़ी मन नूं इधरों। इत्थों पौड़ियाँ समझते हाँ कि यह अपना दर्शनी ड्यूटी है। इत्थों सच दियाँ पौड़ियाँ आपां चढ़नियाँ शुरू करते हाँ, पर ज्ञान लैके। मुख तो पहला ज्ञान लैंदे हाँ, फिर इस सच्ची पौड़ी ते चढ़ते हाँ। सतगुर सेव पाए निज थो। जदों फिर सतगुर की सेवा करते हाँ, फिर की प्राप्त होंदा है? निज थां, अपना घर, निज महल, जिथे प्रभु दा बसा है। अधिक त्यास भेख बहु करे। हुण दूजे पासे दसदे ने कि मनुख भेख करदा है किस दे वास्ते? माया दे वास्ते। भुख किहदी लगी है? माया दी। प्यास लगी है, तृष्णा लगी है, माया दे वास्ते बाहरी दिखावा करता है। दुख विख्या सुख तन पर हरै। सुख छड़ देंदा है, दुखां दे विच फस जांदा है जी। काम क्रोध अंतर तन हिरै। दुबदा छोड़ नाम निस्तर। काम दे विच, क्रोध दे विच
ਰਹਿੰਦਾ ਜੀਵ ਹੈ ਜਿਹੜਾ, ਉਸ ਦਾ ਵੀ ਫਿਰ ਉਧਾਰ ਹੋ ਜਾਂਦਾ ਹੈ ਜਦੋਂ ਨਾਮ ਦੇ ਨਾਲ ਜੁੜਦਾ ਹੈ। ਭੇਖੀ ਲੋਕ ਵੀ ਉਧਰ ਜਾਂਦੇ ਨੇ, ਪਰ ਕਿਹਦੇ ਦੁਆਰਾ? ਨਾਮ ਦੇ ਮੁਖ ਤੋਂ ਗੁਰ ਦਾ ਗਿਆਨ ਲੈ ਕੇ ਜਦੋਂ ਕਮਾਉਂਦੇ ਹਾਂ, ਭੇਖੀਆਂ ਦਾ ਵੀ ਉਧਾਰ ਹੋ ਜਾਂਦਾ। ਜਿਨ੍ਹਾਂ ਦੇ ਅੰਦਰ ਕਾਮ ਕ੍ਰੋਧ ਹੈ, ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਪਰ ਹੁੰਦਾ ਕਿਸ ਨਾਲ ਹੈ? ਨਾਮ ਦੁਆਰਾ। ਤੇ ਨਾਮ ਕਿੱਥੇ ਹੈ? ਸੱਚ ਪੌੜੀ ਸਾਚੋ ਮੁਖ ਨਾਮ। ਸਿਫਤ ਸਲਾਹਨ ਸਹਿਜ ਆਨੰਦ, ਸਖਾ ਸੈਨ ਪ੍ਰੇਮ ਗੋਬਿੰਦ। ਸਖਾ ਕੌਣ ਹੈ? ਸਾਡਾ ਪਰਮੇਸ਼ਰ। ਉਸ ਦੇ ਨਾਲ ਕੀ ਹੈ? ਪ੍ਰੇਮ। ਉਸ ਦੇ ਨਾਲ ਪ੍ਰੇਮ ਹੀ ਉਸ ਦੀ ਸਿਫਤ ਸਲਾਹ ਹੈ। ਜਿਵੇਂ ਆਪਾਂ ਪ੍ਰੇਮ ਕਰਦੇ, ਦੂਜਿਆਂ ਨੂੰ ਦੱਸਦੇ ਵੀ ਇੱਦਾਂ ਪ੍ਰੇਮ ਪੈਣਾ ਹੈ, ਇਹ ਗਿਆਨ ਦੇਣਾ, ਦੱਸਣਾ, ਇਹੀ ਉਸ ਦੀ ਸਿਫਤ ਸਲਾਹ ਹੈ। ਆਪੇ ਕਰੇ ਆਪੇ ਬਖਸ਼ਿੰਦ, ਤਨ ਮਨ ਹਰ ਪੈ ਆਗੈ ਜਿੰਦ। ਕਹਿੰਦੇ ਆਪ ਹੀ ਕਰਨ ਵਾਲਾ ਹੈ, ਆਪ ਹੀ ਬਖਸ਼ਿੰਦ ਹੈ, ਆਪ ਹੀ ਸਾਡੇ ਨਾਲ ਫਿਰ ਪਿਆਰ ਪਾਉਣ ਵਾਲਾ ਹੈ, ਆਪ ਹੀ ਸਾਡੇ ਅੰਦਰ ਦੀਆਂ ਬੁਰਾਈਆਂ ਨੂੰ ਮਾਰਨ ਵਾਲਾ ਹੈ, ਕਿਉਂਕਿ ਆਪ ਬਖਸ਼ਿੰਦ ਹੈ। ਉਸੇ ਦੀ ਦਇਆ ਦੇ ਨਾਲ ਆਪਾਂ ਪੰਜਾਂ ਨੂੰ ਜਿੱਤ ਸਕਦੇ ਹਾਂ। ਪੰਚਮ ਪਾਤਸ਼ਾਹ ਜੀ ਵੀ ਸਮਝਾਉਂਦੇ ਨੇ ਕਿ ਅਸੀਂ ਵੀ ਜੇ ਇਹਨਾਂ ਪੰਜਾਂ ਮਹਾਬਲੀਆਂ ਨੂੰ ਬੰਨਿਆ ਹੈ, ਉਸ ਪ੍ਰਭੂ ਦਾ ਆਸਰਾ ਲੈ ਕੇ, ਪੰਜੇ ਬੱਦੇ ਮਹਾਬਲੀ ਕਰ ਸੱਚਾ ਟੋਆ, ਆਪਣੇ ਚਰਨ ਜਪਾਇਨ ਵਿੱਚ ਦੋ ਖੜੋਆ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ, ਦਿਨ ਰੈਨ ਨਾਮ ਧਿਆਇਂਦਾ ਫਿਰ ਪਾਏ ਨਾ ਮੋਆ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ। ਫਿਰ ਜਦੋਂ ਇਹਨਾਂ ਨੂੰ ਮਾਰ ਲੈਂਦੇ ਉਹਦੀ ਕਿਰਪਾ ਦੇ ਨਾਲ, ਦਿਨ ਰਾਤ ਉਸ ਨੂੰ ਧਿਆਉਂਦੇ ਹਾਂ, ਉਸੇ ਦਾ ਰੂਪ ਹੋ ਜਾਂਦੇ ਹਾਂ। ਜਿੱਥੋਂ ਉਪਜੇ ਸੀ ਉਹਦੇ ਵਿੱਚ ਹੀ ਫਿਰ ਸਮਾ ਜਾਂਦਾ ਹੈ। ਜੋਤ ਉਸੇ ਤੋਂ ਪੈਦਾ ਹੋਈ, ਉਸੇ ਦੇ ਵਿੱਚ ਸਮਾ ਜਾਂਦੀ। ਤਨ ਮਨ ਹਰ ਪੈ ਆਗਾ ਜਿੰਦ। ਜਦੋਂ ਅਸੀਂ ਸੌਂਪ ਦਿੰਦੇ ਹਾਂ ਉਸ ਨੂੰ, ਆਪ ਫਿਰ ਸਵਾਰ ਲੈਂਦਾ ਹੈ। ਤਨ ਮਨ ਤਨ ਉਸ ਪ੍ਰਭੂ ਦੇ ਅੱਗੇ ਆਪਾਂ ਸਮਰਪਿਤ ਕਰ ਦਿੰਦੇ ਹਾਂ, ਅਰਪਣ ਕਰ ਦਿੰਦੇ ਹਾਂ, ਆਪ ਹੀ ਸਾਨੂੰ ਸਵਾਰ ਲੈਂਦਾ ਹੈ। ਆਪਣਾ ਕੰਮ ਕੀ ਹੁੰਦਾ ਹੈ ਕਿ ਆਪਾਂ ਗਿਆਨ ਲੈ ਕੇ ਫਿਰ ਘਰ 'ਚ ਵਸਣਾ ਹੈ, ਤੇ ਉੱਥੇ ਸਾਡੇ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਆਪ ਮਾਰਨਾ ਹੈ। ਫਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ। ਇਸ ਕਰਕੇ ਝੂਠ ਵਿਕਾਰ ਮਹਾ ਦੁੱਖ ਦੇ, ਭੇਖ ਵਰਨ ਦੀਸੈ ਸਭ ਕੇ। ਜਿਹੜਾ ਵਿਕਾਰ ਹੈ ਝੂਠ, ਇਹ ਜਿਹੜੇ ਦੁੱਖ ਨੇ ਕਦੋਂ ਸਾਨੂੰ ਪ੍ਰਾਪਤ ਹੁੰਦੇ ਨੇ? ਜਦੋਂ ਅਸੀਂ ਬਾਰੀ ਭੇਖ ਕਰਦੇ ਹਾਂ, ਕਿਉਂਕਿ ਇਹ ਸਾਰਾ ਕੁਛ ਨਾਸਵਾਨ ਹੈ। ਤਨ ਦਾ ਸ਼ਿੰਗਾਰ ਕਰਨਾ, ਮਨ ਨੂੰ ਸ਼ਿੰਗਾਰਿਆ ਨਹੀਂ। ਮਨ ਨੂੰ ਸ਼ਿੰਗਾਰ ਕਿਹੜਾ ਕਰਨਾ ਸੀ? ਖਿਮਾ ਦਾ, ਦਇਆ ਦਾ, ਸੰਤੋਖ ਦਾ, ਉਹ ਸ਼ਿੰਗਾਰਿਆ ਕੀਤਾ ਨਹੀਂ ਮਨ ਨੇ। ਤੇ ਸ਼ਿੰਗਾਰ ਕਿਹੜਾ ਕਰ ਲਿਆ? ਬਾਰੀ ਤਨ ਦਾ। ਤੇ ਇਹਦੇ ਨਾਲ ਫਿਰ ਕੀ ਹੁੰਦਾ? ਮਹਾਰਾਜ ਕਹਿੰਦੇ ਇਹ ਸਭ ਕੁਛ ਨਾਸਵਾਨ ਹੈ, ਦੁੱਖ ਮਿਲਦੇ ਨੇ। ਸੋ ਜੋ ਉਪਜੈ ਸੋ ਆਵੈ ਜਾਏ, ਨਾਨਕ ਅਸਥਿਰ ਨਾਮ ਰਜਾਏ। ਹੁਣ ਜਿਹੜੇ ਜੀਵ ਇਹ ਭੇਖ ਕਰਦੇ ਨੇ, ਉਹ ਫਿਰ ਆਵਣ ਜਾਵਣ ਦੇ ਵਿੱਚ ਪੈ ਰਹਿੰਦੇ ਨੇ। ਤੇ ਜਿਹੜੇ ਨਾਮ ਨਾਲ ਜੁੜ ਜਾਂਦੇ ਨੇ, ਉਹਦੇ 'ਚ ਸਮਾ ਜਾਂਦੇ ਨੇ, ਉਹ ਸਥਿਰ ਹੋ ਜਾਂਦੇ ਨੇ। ਉਹਨਾਂ ਦਾ ਆਵਣ ਜਾਵਣ ਖਤਮ ਹੋ ਜਾਂਦਾ। ਆਵਣ ਜਾਵਣ ਖਤਮ ਦਾ ਹੋਣਾ ਕੀ ਹੈ ਕਿ ਆਪਾਂ ਉਸ ਪ੍ਰਭੂ ਸਾਨੂੰ ਅਪਣਾ ਲੈਂਦਾ ਹੈ, ਤੇ ਸਦੀਵੀ ਸਾਨੂੰ ਸਹੁ ਮਿਲ ਜਾਂਦਾ ਹੈ। ਅਕਾਲ ਮੂਰਤ ਵਰ ਪਾਇਆ ਅਬਿਨਾਸੀ, ਨਾ ਕਦੇ ਮਰੇ ਨਾ
ਜਾਇਆ। ਵਿਆਹ ਹੋਆ ਮੇਰੇ ਬਾਬੋਲਾ, ਗੁਰਮੁਖੇ ਹਰ ਪਾਇਆ। ਉਹ ਹਰੀ ਨੂੰ ਪ੍ਰਾਪਤ ਕਰ ਲਿਆ, ਫਿਰ ਆਵਣ ਜਾਵਣ ਖਤਮ ਹੋ ਜਾਂਦਾ ਹੈ। ਕੁਝ ਸਮਾਂ ਆਪਾਂ ਆਉਂਦੇ ਹਾਂ ਸੰਸਾਰ ਦੇ ਵਿੱਚ, ਇਹ ਸਾਡੇ ਪੇਕੇ ਨੇ, ਫਿਰ ਇੱਕ ਦਿਨ ਸਾਡਾ ਆਵਣ ਜਾਵਣ ਖਤਮ ਹੋ ਜਾਂਦਾ ਹੈ, ਕਿਉਂਕਿ ਅਸੀਂ ਆਪਣੇ ਸਹੁਰੇ ਹੀ ਬਸ ਜਾਂਦੇ ਹਾਂ। अगला शब्द है, रहो पंक्तियां ने, जो दिसै सो उपजै बिनसै, बिन जल सरवर कमल न दिसै। जो उपजदा है, दिखदा है, शरीर है दिखदा है, ये जन्म भी लैंदा ते नाश भी होंदा है। मन जिहड़ा है वो दिखिया नहीं, इस करके वो कदों तक नहीं दिसता जब तक आपां उस स्थान का भेत नहीं लेंदे जिथे मन का वासा है। जिमें जे आपां कमल नूं देखना है, सरोवर दे विच जाके जिथे पानी है उत्थे कमल देख सकते हैं, क्योंकि कमल का उत्थे ही वसना है। पर पानी तो उत्ते वसदा है, चिक्कड़ तो उत्ते रहिंदा है। इदां ही जे सानू अपने घर का ज्ञान नहीं है, मन का कित्थे वसदा है, आपां मन नूं नहीं देख सकते। आपां किहनूं देखदे हां? दृष्टमान नूं। जिहड़ा इन अखां नाल दिसदा है वो थिर नहीं है, सब नासवान है। जो दिसै सो चलनहार। ते आपां देखना किस नूं है? जिहड़ा नासवान नहीं है। इस करके सानू नाम सरोवर का ज्ञान लेना पैंदा है, गुर का ज्ञान लेना पैंदा है। गुर नूं भी सरवर कहा है। गुर तो बिना सानू अपना मन का ज्ञान नहीं हुंदा, जिहड़ा मन कमल की तरह खिड़ना है। इस करके समझाउंदे ने, बिन जल सरवर कमल ना दिसै। गुर नूं भी सरवर क्या है, ते मन कमल है। जब तक आपां गुर दा ज्ञान नहीं लैंदे, मन दा सानू भेत नहीं आउंदा, मन दे रूप नूं नहीं देख सकते। हुण शब्द दे विच समझाउंदे ने, कहंदे एको सरवर कमल अनूप, सदा बिगासै परमल रूप। सरवर भी एक है, गुर भी एक है, ते सारियां दे अंदर जोत भी एक है, मन भी एक है, ते वो भी बहुत सुंदर स्वरूप है। सदा विगास है परमल रूप, ते सदा ही वो प्रकाश रूप खिड़िया रहिंदा है। उसनूं सदा सुगंधियां आउंदियां ने, उसनूं कदे मैल नहीं लगती, क्योंकि वो चिक्कड़ दे विच नहीं रहिंदा। उज्जल मोती चुग हंस, सर्व कला जगदीश हंस। इदा फिर मन जिहड़ा है उज्जल हो जाता है। फिर इसका भोजन की बन जाता है, जिमें हंस भी उज्जल होता है, मोती चुगदा है। इदा जदों मन साडा प्रकाश हो जाता, उज्जल हो जाता है, फिर इस नाम दे विच ही टिकिया रहिंदा है। इसका भोजन की बन जाता है? नाम। जिधर भी देखता है नाम तान, नामो रूप रंग, नामो सुख हर, नाम का संग, नाम रह जो जन तृप्ताने, मंत्र नामे नाम समाने, उठत बैठत सोवत नाम, कहो नानक जन कै सदकाम। बोलो जस जेवा दिन रात, प्रभ अपने जन कीनी दात, करे भगत आत्म कै चाहे, प्रभ अपने सुर है समाए। जो होवा होव सो जानै, प्रभ अपने का हुक्म पहचानै। तिसकी महिमा कौन बखानो, तिसका गुण कहे क न जानो, आठ पैर प्रभ से हुजूरे, कहो नानक से ही जन पूरे। वो फिर एक अवस्था बन जाती है साड़ी, जिथे फिर साडा भोजन की बन जाता है, जिमें हंस का भोजन की है,
ਮੋਤੀ। ਇੱਦਾਂ ਸਾਡਾ ਮਨ ਜਦੋਂ ਉਜਲ ਹੋ ਜਾਂਦਾ ਹੈ, ਮੁਖ ਮਨ ਪ੍ਰਕਾਸ਼ ਹੋ ਜਾਂਦਾ ਹੈ, ਮੈਲ ਉਤਰ ਜਾਂਦੀ ਹੈ। ਕਿੱਥੇ ਉਤਰੇਗੀ? ਸਰੋਵਰ ਦੇ ਵਿੱਚ, ਨਾਮ ਦੇ ਵਿੱਚ, ਗੁਰ ਦੇ ਗਿਆਨ ਦੁਆਰਾ। ਤੇ ਫਿਰ ਇਸ ਮੋਤੀ ਚੁਗਦਾ ਹੈ। ਨਾਲ ਆਪਾਂ ਨੂੰ ਇਹ ਵੀ ਸਮਝਾ ਦਿੱਤਾ ਹੈ ਕਿ ਇੱਕ ਬਾਹਰੀ ਭੇਖ ਵਾਲੇ, ਜਿਵੇਂ ਆਪਾਂ ਪਹਿਲਾਂ ਵਿਚਾਰ ਕੇ ਜਿਹੜਾ ਤਨ ਦਾ ਸ਼ਿੰਗਾਰ ਕਰਦੇ ਨੇ, ਉਹ ਵੀ ਚਿੱਟੇ ਕੱਪੜੇ ਪਹਿਨ ਲੈਂਦੇ ਨੇ, ਉਜਲ ਪਹਿਨ ਲੈਂਦੇ ਨੇ, ਬੰਗਲਾ ਵੀ ਉਜਲ ਹੁੰਦਾ ਚਿੱਟੇ ਰੰਗ ਦਾ ਤੇ ਹੰਸ ਵੀ। ਪਰ ਪਹਿਚਾਨ ਕੀ ਹੁੰਦੀ ਹੈ ਕਿ ਇੱਕ ਨੇ ਹੰਸ ਨੇ ਮੋਤੀ ਚੁਗਨੇ ਨੇ ਤੇ ਬੱਗੇ ਨੇ ਡੱਡੀ ਮਛਰੀ। ਬਗਲੇ ਨੇ ਤ੍ਰੈ ਗੁਣੀ ਗੱਲਾਂ ਕਰਨੀਆਂ ਤੇ ਹੰਸ ਨੇ ਨਾਮ ਦੀ ਗੱਲ ਕਰਨੀ ਹੈ। ਦੇਖਣ ਨੂੰ ਇੱਕੋ ਜਿਹੇ ਹੁੰਦੇ। ਮਹਾਰਾਜ ਸਮਝਾਉਂਦੇ ਨੇ, ਹੰਸਾ ਬਗਲਾ ਏਕ ਸਾ ਮਾਨ ਸਰੋਵਰ ਮਾਹੇ, ਬੱਗਾ ਟਟੋਰੇ ਮਾਸ਼ਰੀ, ਹੰਸਾ ਮੋਤੀ ਖਾਹੇ। ਫਿਰ ਆਪਾਂ ਦੇਖ ਸਕਦੇ ਕਿ ਸਾਰੇ ਪਾਸੇ ਉਹ ਮਾਲਕ ਹੀ ਹੈ, ਆਪਾਂ ਉਸੇ ਦੀ ਅੰਸ਼ ਹਾਂ। ਸਰਬ ਕਲਾ ਜਗਦੀਸ਼ ਹੈ ਅੰਸ਼, ਸਾਰਿਆਂ 'ਚ ਉਸੇ ਦੀ ਜੋਤ ਹੈ, ਕੋਈ ਵੀ ਉਸ ਤੋਂ ਵਾਂਝਾ ਨਹੀਂ ਹੈ। ਸਾਰੇ 'ਚ ਜੋਤ ਕਿਸ ਦੀ ਹੈ? ਪ੍ਰਭੂ ਦੀ। ਕਹੇ ਕਬੀਰ ਰਾਮ ਕੀ ਅੰਸ਼। ਆਪਾਂ ਸਾਰੇ ਕਿਸ ਦੀ ਅੰਸ਼ ਹਾਂ? ਸਾਡਾ ਮਨ ਪਰਮੇਸ਼ਰ ਦੀ ਅੰਸ਼ ਹੈ। ਤਨ ਹੈ ਜਿਹੜਾ ਸੰਸਾਰ ਦੇ ਵਿੱਚ ਹੀ ਪੈਦਾ ਹੁੰਦਾ ਹੈ, ਰਕਤ ਬੂੰਦ ਤੋਂ, ਤੇ ਇੱਥੇ ਹੀ ਖਤਮ ਹੋ ਜਾਂਦਾ ਹੈ। ਮਨ ਪੰਛੀ ਹੈ ਤੇ ਇਹ ਪਿੰਜਰ ਹੈ ਸਾਡਾ ਸਰੀਰ। ਮਨ ਨੂੰ ਫਸਾਉਣ ਵਾਸਤੇ ਪਿੰਜਰਾ ਹੈ। ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ। ਬਿਰਲਾ ਬੂਝੈ ਪਾਵੈ ਭੇਦ। ਪਰ ਬਿਰਲਾ ਬੁਝਦਾ ਹੈ ਇਸ ਨੂੰ। ਬੁਝਦਾ ਕਦੋਂ? ਜਦੋਂ ਬੁਝਾਉਂਦਾ ਹੈ। ਆਪ ਨਹੀਂ ਬੁਝਿਆ ਜਾਂਦਾ। ਇੱਕ ਆਪਾਂ ਮਤਲਬ ਜਦੋਂ ਗੁਰਬਾਣੀ ਪੜ੍ਹਾਂਗੇ ਸਾਨੂੰ ਸਮਝ ਆ ਜਾਂਦੀ ਹੈ ਕਿ ਜਦੋਂ ਸਾਡੇ ਅੰਦਰ ਵੈਰਾਗ ਪੈਦਾ ਹੁੰਦਾ ਹੈ ਪ੍ਰਭੂ ਦਾ, ਫਿਰ ਉਹ ਸਾਨੂੰ ਬੁਝਾਉਂਦਾ ਹੈ। ਜੇ ਸਾਡੇ ਅੰਦਰ ਬਿਰਹਾ ਪੈਦਾ ਨਹੀਂ ਹੁੰਦਾ, ਆਪਣਾ ਮਿਲਾਪ ਵੀ ਨਹੀਂ ਹੁੰਦਾ। ਤੇ ਮਹਾਰਾਜ ਇੱਥੇ ਤੱਕ ਵੀ ਕਹਿ ਗਏ, ਜਿਵੇਂ ਬਾਬਾ ਫਰੀਦ ਜੀ ਕਹਿ ਗਏ ਵੀ ਜਿਨ੍ਹਾਂ ਦੇ ਤਨ ਦੇ ਵਿੱਚ ਬਿਰਹਾ ਨਹੀਂ ਹੈ, ਉਹ ਤਨ ਵੀ ਇੱਕ ਮਿਰਤਕ ਹੀ ਸਮਝੋ। ਉਹ ਤਨ ਜੀਵਤ ਨਹੀਂ ਹੈ। ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ। ਜੇ ਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਮਸਾਨ। ਪਰ ਬਿਰਹਾ ਕਿਹਦਾ ਪੈਦਾ ਹੋਵੇ? ਪ੍ਰਭੂ ਦਾ। ਫਿਰ ਉਹ ਪ੍ਰਗਟ ਹੁੰਦਾ ਹੈ, ਉਹਨੂੰ ਬੁਝਾਉਂਦਾ ਹੈ, ਉਸ ਨੂੰ ਜਲਾਉਂਦਾ ਹੈ, ਫਿਰ ਉਹ ਬੁਝਦਾ ਹੈ। ਬਿਰਲਾ ਬੂਝੈ ਪਾਵੈ ਭੇਦ। ਸਾਖਾ ਤੀਨ ਕਹੈ ਨਿਤ ਬੇਦ। ਤਿੰਨ ਸਾਖਾ ਨੇ। ਤਿੰਨ ਸਾਖਾ ਕਿਹੜੀਆਂ ਨੇ? ਜਿੱਥੇ ਆਪਾਂ ਨੂੰ ਦੱਸਿਆ ਹੈ ਕਿ ਈੜਾ ਪਿੰਗਲਾ ਸੁਖਮਨ। ਤਿੰਨਾਂ ਦਾ ਫਿਰ ਵੇਦਾਂ ਦੇ ਵਿੱਚ ਵੀ ਲਿਖਿਆ ਹੈ, ਤੀਰਥ ਵੀ ਬਣੇ ਨੇ, ਗੁਰਬਾਣੀ 'ਚ ਵੀ ਲਿਖਿਆ ਹੈ ਵਾਰ-ਵਾਰ, ਈੜਾ ਪਿੰਗਲਾ ਔਰ ਸੁਖਮਨ। ਹੁਣ ਉੱਥੇ ਸਾਨੂੰ ਫਿਰ ਭੇਦ ਆਉਂਦਾ ਉਸ ਪ੍ਰਭੂ ਦਾ। ਨਾਦ ਬਿੰਦ ਕੀ ਸੁਰਤ ਸਮਾਏ। ਫਿਰ ਗੁਰ ਦੇ ਗਿਆਨ ਦੁਆਰਾ ਇਹ ਨਾਦ ਦੇ ਵਿੱਚ ਸੁਰਤੀ ਨੂੰ ਸਮਾਉਂਦਾ ਹੈ। ਸਤਿਗੁਰ ਸੇਵ ਪਰਮ ਪਦ ਪਾਏ। ਨਾਦ ਕੀ ਹੈ? ਬਿਸਮਾਦ। ਬਿਸਮਾਦ ਨਾਦ, ਬਿਸਮਾਦ। ਉਹ ਬਿਸਮਾਦ ਦਾ ਗਿਆਨ ਜਿਹੜਾ ਹੈ ਉਹੀ ਸੱਚਾ ਗੁਰ ਹੈ, ਕਿਉਂਕਿ ਸਤਿਗੁਰ ਵੀ ਬਿਸਮਾਦ ਹੈ। ਇੱਥੇ ਦਾ ਸਾਰਾ ਭੇਦ ਕੀ ਹੈ? ਬਿਸਮਾਦ। ਪਰ ਮਿਲਦਾ ਕਿਹਨਾਂ ਤੋਂ ਹੈ? ਸੰਤ ਜਨਾਂ ਤੋਂ। ਸੱਚਾ ਗੁਰ ਮਿਲਦਾ ਕਿਤੋਂ ਹੈ? ਸੰਤ ਤੋਂ। ਪਰ ਉਹ ਗੁਰ ਨੂੰ ਗੁਰਬਾਣੀ ਦੇ ਵਿੱਚ ਬਿਸਮਾਦ ਵੇਦ ਕਹਿ ਦਿੱਤਾ। ਬਿਸਮਾਦ
नाद कह देता है। विस्माद नाद, विस्माद वेद, विस्माद जी, विस्माद भेद। मन भी विस्माद है ते भेद भी विस्माद है। विस्माद रूप, विस्माद रंग, विस्माद नागे फिरे जंत। उत्थे मन माया का कपड़ा उतार के विस्माद रूप हो जाता है। विस्माद पौन, विस्माद पानी, विस्माद अग्नि खेड़ा बेड़ा। इस करके ये सारा भेद जिहड़ा है विस्माद है। फिर वो सच्चे गुर की सेवा दे नाल परम पद प्राप्त होंदा है। ये चीज़ां जिहड़ियां बिरला बुझदा है, जो बुझ गया वो फिर दूजिਆਂ ਨੂੰ बुझाउंदा है। क्योंकि जिसने बुझ लिया, जिवें संसार च कोई खोज है वो करदा है, वो दसदा अगे, लुकाउंदा नहीं है। क्योंकि लुको ली व्यर्थ चले जानी है। उसनूं वंडांगे वो वधदी है। ज्ञान ऐसी चीज़ है जिन्नी आपां वंडांगे वधेगा। दाणे ने जिवें दाणे खंडा देओगे धरती ते जमे आउणगे, होर वाधा होएगा। इदां हुण आपां ज्ञान खंडाउंदे हाँ ते गुरबाणी च दस्सिया है कि दो तरह की धरती है। एक धरती है कल्लर, एक धरती है उपजाऊ। साडी जिहड़ी मत है दो तरह की है। एक मत उपजाऊ है, एक मत कल्लर है। जे कल्लर दे विच डिग पिया बीज व्यर्थ चले जाना है। जे उपजाऊ च डिग पिया उगे आना है। उगेगा उस तो फिर अगे होर दाने होणगे, फिर अगे बीज खिंडेगा। इदां वाधा होंदा है। इस करके समझाउंदे ने आपां नूं कि जिहड़े जीव बुझ लैंदे वो सानूं दसदे ने भी आ गुर है सच्चा, इहदी सेवा किवें करनी है सतगुर दी नदरां द्वारा। सतगुर दी सेवा किवें करनी, देख देख के नदरां द्वारा। नदरी सतगुर सेविया, नदरी सेवा होए। नदरी ए मन वस आवे, नदरी मन निर्मल होए। जदों मन निर्मल हो गया तो परम पद प्राप्त हो गया। कहे कबीर मन निर्मल पया, जैसे गंगा नीर पाछे लगा हर फिरै। कहत कबीर जिथे देखांगे उत्थे ही। सानू इदां लगदा भी साडे पिछे पिछे, जिवें बच्चे दे पिछे पिछे मां दौड़ी फिरदी है, इदां लगदा है भी रब साडे पिछे पिछे। क्योंकि हर थां है, जिथे देखांगे उत्थे ही है। मुक्तो रातो रंग रवातो, राजन राज सदा बिगसातो। हुण जिहड़ा जीव आप मुक्ति है, मुक्त कदों हुंदा है? नाम दे रंग दे विच। जिहड़ा आप नाम दे रंग च रंगिया है वही फिर दूजिਆਂ ਨੂੰ दसदा है भी इदां आपां रंग दे विच रंगे जा सकते हाँ। राजन राज सदा बिगसातो। उस प्रभु का जिहड़ा राज है, जिहड़ा अविनाशी राज है। क्योंकि रंग कित्थों मिलता है? उस प्रभु तो इत्थे तो मिलना नहीं है। आपे साजे आपे रंगे, आपे नदर करे। हुण आप रंगदा है, वो रंग उत्थों ही मिलता है। इस करके उत्थे दा राजा भी आप है, जिहड़ा अविनाशी है। ते सदा ही उत्थे प्रकाश है, विकास है। ते जिन्हां ने अपने रंग च रत लिया, उत्थे मन भी साडा जिहड़ा है राजा बन जाता है। जो अपन क्या है ये मन राजा, मन राजा बन जाता है। पर कित्थे जाके उस मालिक दे करते आपां सारे राजे। ते फिर साडा राजियां दा एक राजा है परमेश्वर। पहला आपां देखते हैं नामां दे विच कुमार लाउंदे सी। कुमार की हुंदा कि जिहड़े राजे दे पुत्र हुंदे ने। कौर कह देंदे हाँ आपां औरतां लड़कियां वास्ते, या कुमारी कह देंदे सी भी उस दे आपां बच्चे हाँ। आपां भी राजे ते वो साडा सारियां दा राजा है।
ਜਿਸ ਤੂੰ ਰਾਖੈ ਕਿਰਪਾ ਤਾਰ, ਬੂੜਤ ਪਾਹਣ ਤਾਰੇ ਤਾਰ। ਹੁਣ ਜਿਹਨੂੰ ਕਿਰਪਾ ਕਰਕੇ ਰੱਖਦਾ ਹੈ, ਡੁੱਬਦੇ ਪੱਥਰਾਂ ਨੂੰ ਵੀ ਤਾਰ ਲੈਂਦਾ ਹੈ। ਪਰ ਕਿਹਦੇ ਦੁਆਰਾ ਤਾਰਦਾ ਹੈ? ਆਪਣੇ ਜਨਾਂ ਦੁਆਰਾ, ਜਿਹੜੇ ਉਸਨੇ ਆਪਣੇ ਰੰਗ 'ਚ ਰੰਗ ਲਏ, ਉਹਨਾਂ ਦੁਆਰਾ ਗਿਆਨ ਦਿੰਦਾ ਹੈ। ਕਰਨ ਵਾਲਾ ਆਪ ਹੈ, ਪਰ ਦਿੰਦਾ ਕਿਹਨਾਂ ਦੁਆਰਾ ਹੈ? ਆਪਣੇ ਜਨਾਂ ਦੁਆਰਾ, ਗੁਰ ਦੇ ਗਿਆਨ ਦੁਆਰਾ। ਤ੍ਰਿਭਵਨ ਮਹਿ ਜੋਤ, ਤ੍ਰਿਭਵਨ ਮੈਂ ਜਾਣਿਆ, ਉਲਟ ਪਈ ਘਰ ਘਰ ਮੈਂ ਆਣਿਆ। ਕਹਿੰਦੇ ਤ੍ਰਿਭਵਨ 'ਚ ਜੋਤ ਹੈ, ਤ੍ਰਿਭਵਨਾਂ ਦੇ ਵਿੱਚ ਵੀ ਜੋਤ ਹੈ। ਤ੍ਰਿਭਵਨਾਂ 'ਚ ਹੀ ਜਾਣ ਲੈਂਦੇ ਹਾਂ ਤੇ ਉਲਟਾ ਖੇਲ ਹੋ ਜਾਂਦਾ ਹੈ। ਆਪਣੇ ਘਰ ਦੇ ਵਿੱਚ ਹੀ ਉਹ ਘਰ ਪ੍ਰਾਪਤ ਹੋ ਗਿਆ। ਜਿਹੜਾ ਸੱਚਖੰਡ ਕਿੱਥੇ ਪ੍ਰਾਪਤ ਹੋ ਗਿਆ? ਆਪਣੇ ਘਰ ਵਿੱਚ। ਘਰ ਮੈਂ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। ਆਪਣੇ ਘਰ ਦੇ ਵਿੱਚ ਹੀ, ਆਪਣੇ ਤਨ ਦੇ ਵਿੱਚ ਹੀ ਉਹ ਘਰ ਹੈ, ਜਿਹੜਾ ਘਰ ਸਾਡਾ ਸੱਚਾ ਘਰ ਹੈ, ਜਿਹਨੂੰ ਆਪਾਂ ਦਸਵਾਂ ਦੁਆਰ ਕਹਿ ਦਿੰਦੇ ਹਾਂ, ਨਿਜ ਘਰ ਕਹਿ ਦਿੰਦੇ ਹਾਂ। ਪਰ ਕਦੋਂ? ਜਦੋਂ ਉਲਟ ਖੇਲ ਹੋ ਗਿਆ, ਸਾਡੀ ਮਤ ਉਲਟੀ ਹੋ ਜਾਂਦੀ ਹੈ। ਗੁਰ ਦੀ ਕਿਰਪਾ ਨਾਲ ਮਨ ਉਲਟੀ ਹੋ ਗਈ, ਪਾਸਾ ਪਲਟ ਗਿਆ। ਇੱਕ ਰੂਪ ਸਾਡਾ ਸਥੂਲ ਹੈ, ਉਲਟ ਕੇ ਕੀ ਹੋ ਗਿਆ? ਪ੍ਰਕਾਸ਼ ਹੋ ਗਿਆ। ਜਿਵੇਂ ਸ਼ੀਸ਼ਾ ਹੁੰਦਾ ਹੈ, ਜਿਸ ਸ਼ੀਸ਼ੇ 'ਚ ਆਪਾਂ ਮੁਖ ਦੇਖਦੇ ਹਾਂ, ਇੱਕ ਪਾਸੇ ਉਸਦਾ ਰੂਪ ਹੋਰ ਹੁੰਦਾ, ਦੂਜੇ ਪਾਸੇ ਹੋਰ ਹੁੰਦਾ। ਇੱਦਾਂ ਹੀ ਸਾਡਾ ਮੁਖ ਹੈ, ਜਿਹੜਾ ਮਨ ਹੈ, ਜਦੋਂ ਉਲਟ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ, ਅਸੀਂ ਆਪਣੇ ਘਰ 'ਚ ਹੀ ਮਾਲਕ ਨੂੰ ਦੇਖ ਲੈਂਦੇ ਹਾਂ। ਅਹਨਿਸ ਭਗਤ ਕਰੇ ਲੈ ਬੁਲਾਏ, ਨਾਨਕ ਤਿਨ ਕੈ ਲਾਗੈ। ਜਿਹੜੇ ਅਹਨਿਸ ਮਤਲਬ ਕਹਿੰਦੇ ਹਰ ਸਮੇਂ ਹਰ ਰੋਜ਼ ਭਗਤੀ ਕਰਦੇ ਰਹਿੰਦੇ ਨੇ ਮਾਲਕ ਦੀ, ਲਿਵ ਜੋੜ ਕੇ। ਉੱਦਾਂ ਨਹੀਂ, ਲਿਵ ਜੋੜਨੀ ਹੈ। ਐਸੇ ਜਨਾਂ ਦਾ ਸੰਗ ਕਰਾਂਗੇ ਤੇ ਉਹ ਫਿਰ ਸਾਨੂੰ ਵੀ ਡੁੱਬਦਿਆਂ ਨੂੰ ਤਾਰ ਦਿੰਦਾ, ਕਿਉਂਕਿ ਉਹਨਾਂ ਨੂੰ ਆਪ ਆਪਣੇ 'ਚ ਰੱਤ ਲੈਂਦਾ ਹੈ। ਆਪਨ ਸੰਗ ਆਪ ਪ੍ਰਭ ਰਾਤੇ, ਨਾਨਕ ਹਰ ਗੁਣ ਕੀਨੀ ਦਾਤੇ। ਹਰੀ ਦਾਤ ਦਿੰਦਾ ਹੈ, ਉਹਨਾਂ ਦੁਆਰਾ ਫਿਰ ਸਾਨੂੰ ਛੁਡਾ ਲੈਂਦਾ ਹੈ, ਸਾਨੂੰ ਤਾਰ ਲੈਂਦਾ ਹੈ। ਇਸ ਤਰੀਕੇ ਦੇ ਨਾਲ ਸਮਝਾਇਆ ਹੈ ਕਿ ਆਪਾਂ ਉਸ ਪ੍ਰਭੂ ਦੇ ਨੂੰ ਮਿਲ ਸਕਦੇ ਹਾਂ। ਕਿਵੇਂ? ਸੁਰਤੀ ਦੁਆਰਾ। ਇੱਥੇ ਮਿਲਣਾ ਕੀ ਹੈ? ਸੁਰਤੀ ਦੁਆਰਾ। ਇੱਧਰੋਂ ਸੁਰਤੀ ਨੂੰ ਕੱਢਣਾ ਹੈ ਮਾਇਆ 'ਚੋਂ, ਇੱਥੋਂ ਇਹ ਜਿਹੜੀ ਨਾਭ ਹੈ, ਇੱਥੋਂ ਆਪਾਂ ਗਿਆਨ ਲੈ ਕੇ ਫਿਰ ਚੱਲਣਾ ਇੱਕ ਜੋਤ ਹੋ ਕੇ। ਤੇ ਜਦੋਂ ਗਿਆਨ ਹੋ ਗਿਆ, ਆਪਣੇ ਘਰ 'ਚ ਹੀ ਮਾਲਕ ਪ੍ਰਗਟ ਹੋ ਜਾਂਦਾ ਹੈ। ਆਪਣੇ ਹੀ ਘਰ ਦੇ ਵਿੱਚ ਉਸ ਨੂੰ ਪਾ ਲੈਂਦੇ ਨੇ ਜੀਵ, ਕਿਉਂਕਿ ਪ੍ਰਗਟ ਹੋ ਗਿਆ, ਪਾ ਲਿਆ। ਸੋ ਆਓ ਹੁਣ ਆਪਾਂ ਨਾਲ ਅਭਿਆਸ ਕਰਨਾ ਹੈ ਕਿ ਕਿਵੇਂ ਆਪਣੇ ਘਰ 'ਚ ਹੀ ਉਹ ਘਰ ਨੂੰ ਲੱਭਣਾ ਹੈ, ਜਿਹੜਾ ਘਰ ਗੁਪਤ ਹੋ ਗਿਆ ਹੈ, ਜਿਹਦਾ ਦਰ ਬੰਦ ਹੋ ਗਿਆ ਆਪਣੇ ਵਾਸਤੇ। ਜੋ ਕੋਈ ਨਵਾਂ ਜੀਵ ਹੈ, ਸਮਝਣਾ ਹੈ ਕਿਉਂਕਿ ਉਹ ਦਰ ਕਿਹੜਾ ਹੈ? ਜਿੱਥੋਂ ਮਾਲਕ, ਜਿਸ ਨੂੰ ਵੇਦਾਂ ਦੇ ਵਿੱਚ ਹਰਦੁਆਰ ਕਿਹਾ ਹੈ, ਜਿਸ ਨੂੰ ਆਪਾਂ ਗੁਰਦੁਆਰ ਕਹਿ ਦਿੱਤਾ ਹੈ, ਪ੍ਰਭੂ ਦਾ ਦੁਆਰ ਕਹਿ ਦਿੱਤਾ ਹੈ, ਉਹ ਜਿੱਥੋਂ ਸਾਨੂੰ ਸਵਸ ਦਿੰਦਾ ਹੈ। ਇਹ ਪੁਆਇੰਟ ਹੈ ਜਿਹੜਾ ਇੱਥੇ ਤੱਕ ਆਪਣਾ ਸਰੀਰ ਦਾ ਪਾਉਣ ਦਾ ਖੇਡ ਹੈ, ਜਿੱਥੋਂ ਪਾਉਣ ਅੰਦਰ ਜਾਂਦੀ ਬਾਹਰ ਆਉਂਦੀ ਹੈ। ਇੱਥੋਂ ਅੱਗੇ ਜਿਹੜਾ ਹੈ ਉਹ ਸਾਡੇ 10ਵਾਂ ਦੁਆਰ ਸ਼ੁਰੂ ਹੋ ਜਾਂਦਾ ਹੈ। ਇੱਥੇ ਤੱਕ 9 ਦੁਆਰ ਨੇ ਜੋ ਮਾਇਆ ਦੇ ਨੇ, ਜਿਸ ਨੂੰ ਆਪਾਂ ਪੇਕਾ ਘਰ ਵੀ ਕਹਿ ਦਿੰਦੇ ਹਾਂ, ਜਾਂ ਇਹ ਘਰ ਆਪਾਂ ਛੱਡਣਾ ਹੈ ਤੇ ਉਸ ਦੀ ਵੀ ਘਰ ਹੈ, ਜਿਹੜਾ ਨਿਜ ਘਰ ਹੈ, ਸੱਚਾ ਘਰ ਹੈ। ਉਸ ਦੇ ਵਿੱਚ ਜਾਣ ਵਾਸਤੇ ਆਪਣਾ ਸੁਰਤੀ ਨੂੰ ਕਿਵੇਂ ਲੈ ਕੇ ਜਾਣਾ ਹੈ? ਸੁਰਤੀ ਇੱਥੋਂ ਦੋਨਾਂ ਨੇਤਰਾਂ 'ਚੋਂ ਇਸ ਪੁਆਇੰਟ 'ਤੇ ਲੈ ਆਉਣੀ ਹੈ। ਸੁਰਤੀ ਕੀ ਹੈ? ਜਿਹੜਾ ਆਪਣਾ ਧਿਆਨ ਉੱਧਰ ਉੱਧਰ ਜਾਂਦਾ ਹੈ, ਇੱਕ ਥਾਂ ਤੋਂ ਦੂਜੀ ਥਾਂ ਚੱਲ ਕੇ ਜਾਂਦਾ ਹੈ, ਇਸ ਨੂੰ ਆਪਾਂ ਸੁਰਤੀ ਕਹਿ ਦਿੰਦੇ ਹਾਂ। ਜਦੋਂ ਸਾਡਾ ਧਿਆਨ ਕੀ ਹੈ? ਜਿੱਥੇ ਟਿਕ ਗਿਆ ਦੇਖਦੇ ਹਾਂ, ਪਰ ਇੱਕ ਥਾਂ ਤੋਂ ਜਦੋਂ ਦੂਜੀ ਥਾਂ ਚੱਲ ਕੇ ਜਾਂਦਾ ਹੈ, ਉੱਥੇ ਇਸ ਨੂੰ ਸੁਰਤੀ ਕਹਿੰਦੇ ਹਾਂ।
ਜਿਵੇਂ ਆਪਾਂ ਹੁਣ ਸੁਰਤੀ ਨੂੰ ਚਲਾਉਂਦੇ ਹਾਂ, ਕਿਵੇਂ ਚਲਾਉਂਦੇ ਹਾਂ? ਆਪਾਂ ਕਹਿੰਦੇ ਪਹਿਲਾਂ ਇਸ ਪੁਆਇੰਟ ਤੇ ਲੈ ਕੇ ਆਓ। ਹੁਣ ਇਸ ਪੁਆਇੰਟ ਤੇ ਸੁਰਤੀ ਆ ਗਈ। ਹੁਣ ਆਪਾਂ ਕਹਿੰਦੇ ਸਾਹਮਣੇ ਲੈ ਜਾਓ। ਇੱਥੋਂ ਚੱਲ ਕੇ ਕਿੱਥੇ ਗਈ? ਸਾਹਮਣੇ। ਇੱਥੋਂ ਇੱਥੇ ਤੱਕ ਚੱਲ ਕੇ ਜਦੋਂ ਜਾਂਦੀ ਹੈ, ਇਹਨੂੰ ਸੁਰਤੀ ਕਹਿ ਦਿੰਦੇ। ਫਿਰ ਆਪਾਂ ਕਹਿੰਦੇ ਮਸਤਕ ਦੇ ਸਾਹਮਣੇ ਲੈ ਜਾਓ। ਇੱਥੋਂ ਫਿਰ ਜਿਹੜਾ ਚੱਲ ਕੇ ਜਾਣਾ ਹੈ ਉਹ ਸੁਰਤੀ ਹੈ। ਜਦੋਂ ਇੱਕ ਥਾਂ ਟਿਕ ਜਾਂਦਾ ਹੈ ਉਹ ਧਿਆਨ ਹੈ। ਜਦੋਂ ਇੱਕ ਥਾਂ ਤੋਂ ਦੂਜੀ ਥਾਂ ਚੱਲਦਾ ਹੈ, ਪਿੰਡ ਤੈਅ ਕਰਦਾ ਹੈ, ਉਹਨੂੰ ਸੁਰਤੀ ਕਹਿ ਦਿੰਦੇ। ਹੁਣ ਆਪਾਂ ਸੁਰਤੀ ਦੁਆਰਾ ਚੱਲਣਾ ਹੈ। ਕਿਹਦਾ? ਸ਼ਬਦ ਦਾ ਗਿਆਨ ਲੈ ਕੇ। ਜਿਵੇਂ ਆਪਾਂ ਬੋਲ ਕੇ ਦੱਸਦੇ ਹਾਂ ਵੀ ਇੱਥੇ ਧਿਆਨ ਲਾਓ, ਇੱਥੇ ਆ ਗਈ, ਇੱਥੋਂ ਫਿਰ ਕਿਹਾ ਵੀ ਇੱਥੇ ਲੈ ਜਾਓ। ਹੁਣ ਜਦੋਂ ਉਹ ਗਿਆਨ ਦੁਆਰਾ ਸੁਰਤੀ ਚੱਲਦੀ ਹੈ, ਉਹਨੂੰ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਵੀ ਗੁਰੂ ਸ਼ਬਦ ਹੈ, ਗਿਆਨ ਹੈ, ਤੇ ਸੁਰਤੀ ਜਿਹੜੀ ਚੇਲਾ ਹੈ। ਏਦਾਂ ਫਿਰ ਪਾਰ ਹੁੰਦਾ ਹੈ। ਆਓ ਪਹਿਲਾਂ ਇਸ ਪੁਆਇੰਟ ਤੇ ਆਪਾਂ ਦੇਖਣਾ ਹੈ, ਦਰ ਤੇ ਆਉਣਾ ਹੈ, ਇੱਕ ਦ੍ਰਿਸ਼ਟ ਹੋਣਾ ਹੈ। ਆਪਾਂ ਦੇਖਣਾ ਹੈ ਕਿ ਇੱਥੇ ਧਿਆਨ ਲਾ ਕੇ ਕਿ ਨੱਕ ਦਿਸਦਾ ਕਿ ਨਹੀਂ ਦਿਸਦਾ। ਕਿਉਂਕਿ ਪਹਿਲਾਂ ਆਪਾਂ ਇੱਕ ਦ੍ਰਿਸ਼ਟ ਹੋਣਾ ਹੈ। ਇੱਕ ਦ੍ਰਿਸ਼ਟ ਹੋ ਗਏ ਤੇ ਸਾਨੂੰ ਆਪਣਾ ਨੱਕ ਨਜ਼ਰ ਨਹੀਂ ਆਏਗਾ। ਏਦਾਂ ਆਪਾਂ ਦੇਖਣਾ ਇਸ ਪੁਆਇੰਟ ਤੇ ਕਿ ਨੱਕ ਦਿਸਦਾ ਕਿ ਨਹੀਂ ਦਿਸਦਾ। ਜੇਕਰ ਨਹੀਂ ਦਿਸਦਾ ਇੱਕ ਦ੍ਰਿਸ਼ਟ ਹਾਂ, ਜੇ ਦਿਸਦਾ ਹੈ ਦੋ ਦ੍ਰਿਸ਼ਟ ਹਾਂ। ਫਿਰ ਇੱਥੋਂ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ। ਫਿਰ ਆਪਾਂ ਇਹ ਵੀ ਦੇਖਣਾ ਕਿ ਜੇ ਨੱਕ ਦਿਸਦਾ ਕਿਸ ਪਾਸਿਓਂ ਦਿਸਦਾ, ਸੱਜੇ ਦਿਸਦਾ, ਖੱਬੇ ਜਾਂ ਵਿਚਾਲੇ। ਕਿਉਂਕਿ ਆਪਾਂ ਇਹ ਪਰਖਣਾ। ਜਦੋਂ ਆਪਣਾ ਧਿਆਨ ਇੱਕ ਵਾਰੀ ਲੱਗ ਗਿਆ, ਉਸ ਤੋਂ ਬਾਅਦ ਆਪਾਂ ਕਹਾਂਗੇ ਵੀ ਅਸੀਂ ਸਾਡਾ ਧਿਆਨ ਪਹਿਲਾਂ ਕਿੱਥੇ ਸੀ, ਫਿਰ ਪਤਾ ਨਹੀਂ ਲੱਗੇਗਾ। ਜਦੋਂ ਇੱਕ ਦ੍ਰਿਸ਼ਟ ਹੋ ਗਏ ਨਾ, ਉਹ ਪਹਿਲਾ ਰੂਪ ਨਹੀਂ ਸਾਨੂੰ ਦਿਸੇਗਾ। ਫਿਰ ਆਪਾਂ ਤੁਸੀਂ ਕਹੋ ਵੀ ਅਸੀਂ ਦੇਖੀਏ ਵੀ ਸਾਡਾ ਧਿਆਨ ਪਹਿਲਾਂ ਕਿੱਧਰ ਸੀ, ਫਿਰ ਨਹੀਂ ਦੇਖ ਸਕਦੇ। ਪਹਿਲਾਂ ਹੀ ਆਪਾਂ ਦੇਖ ਸਕਦੇ ਵੀ ਕਿੱਧਰ ਸੀ, ਸੱਜੇ ਸੀ, ਖੱਬੇ ਸੀ, ਵਿਚਾਲੇ ਸੀ, ਅਸੀਂ ਤਮੋ ਗੁਣੀ ਸੀ, ਅਸੀਂ ਸਤੋ ਗੁਣੀ ਸੀ, ਅਸੀਂ ਰਜੋ ਗੁਣੀ ਸੀ। ਜਦੋਂ ਇੱਕ ਵਾਰੀ ਧਿਆਨ ਛੂ ਗਿਆ, ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਚੱਲੇਗਾ ਕਿ ਅਸੀਂ ਕਿੱਥੇ ਵਿੱਚ। ਸੋ ਇਸ ਕਰਕੇ ਆਪਾਂ ਪਹਿਲਾਂ ਦੇਖਣਾ ਹੈ, ਤਾਂ ਕਿ ਫਿਰ ਸਾਨੂੰ ਪਤਾ ਲੱਗੇ ਵੀ ਹਾਂ ਅਸੀਂ ਇੱਧਰੋਂ ਨਿਕਲ ਕੇ ਆਏ ਹਾਂ, ਅਸੀਂ ਇਸ ਅਵਸਥਾ ਚੋਂ ਨਿਕਲ ਕੇ ਇੱਧਰ ਆਏ ਹਾਂ। ਇੱਦਾਂ ਜਦੋਂ ਪਰਖਾਂਗੇ, ਉਸ ਤੋਂ ਬਾਅਦ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਆਪਾਂ ਇੱਥੋਂ ਸਾਹਮਣੇ ਦੇਖਣਾ। ਫਿਰ ਮੈਂ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ, ਪਲਕਾਂ ਉੱਤੇ ਚੁੱਕ। ਫਿਰ ਜਦੋਂ ਕਵਾਂਗਾ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਵਾਂਗੇ ਸਮ ਕਰਕੇ ਦੇਖੋ, ਫਿਰ ਨੱਕ ਤੇ। ਫਿਰ ਆਪਾਂ ਦੇਖਣਾ, ਜੇ ਕਿਸੇ ਨੂੰ ਪਹਿਲਾਂ ਨੱਕ ਦਿਸਦਾ, ਫਿਰ ਦੇਖਣਾ ਆ ਕੇ ਵਾਪਸ। ਜੇ ਦਿਸਣੋਂ ਹਟ ਗਿਆ, ਅਸੀਂ ਇੱਕ ਦ੍ਰਿਸ਼ਟ ਹੋ ਗਏ। ਜਦੋਂ ਇੱਕ ਦ੍ਰਿਸ਼ਟ ਹੋ ਗਏ, ਫਿਰ ਉਹ ਪਹਿਲਾ ਰੂਪ ਨਹੀਂ ਸਾਨੂੰ ਦਿਸੇਗਾ। ਫਿਰ ਉਹ ਰੂਪ ਦਿਸੇਗਾ ਜਿਹੜਾ ਇੱਕ ਦ੍ਰਿਸ਼ਟ ਹੈ, ਜਿੱਥੇ ਆਪਾਂ ਆਕਾਰ ਨਹੀਂ ਦਿਸੇਗਾ। ਫਿਰ ਆਪਾਂ ਅੱਗੇ ਤੇ ਆਵਾਂਗੇ। ਆਓ ਨੇਤਰ ਸਮ ਕਰਕੇ ਦੇਖੀਏ ਆਪਣੇ ਆਪ ਨੂੰ। सामने लेके आइए ध्यान। मस्तक दे सामने पलकों ते चुक दो।
फिर सामने लेके आओ। फिर नक ते सम करके देखो। ਹੁਣ देखना है जे किसी ਨੂੰ ਪਹਿਲਾਂ दिसदा सी कि नवा जीव है, जे नक दिसदा सी कि हुण दिसणों हट गया, एक दृष्ट हो गए, इत्थे साडे नेत्र संतोखे गए। इहदा श्रृंगार है, ये नेत्रां दा श्रृंगार है, नेत्रां नूं संतोखिया है। फिर आपां दूजा कुछ करना छड्ड देना है, सिर्फ यही करना है। उत्थे मन भी संतोखिया जांदा, जिहड़ा श्रृंगार करना है संतोख दा, दया दा, क्षमा दा। ते यही है कि आगुर ले लिया, नेत्र संतोख ले, ते दूजा होर नहीं आपां नूं कुछ लोचना, ते मन भी संतोखिया जांदा है। और नीचे ले जो ध्यान, गद्दियां तो थोड़ा ऊपर देखना है, रिलैक्स, जोर नहीं लाना, बिल्कुल नॉर्मल देखना आप। फिर सम करके अपने आप को देखिए।
फिर नीचे लेके चलते हैं। और फिर सम करके देखिए अपने आप को। वाहिगुरु जी का खालसा वाहिगुरु जी की फतेह। सो गुरमुख प्यारिओ, इस तरीके दे नाल आपां प्यार करना है, शिगार करना है, अपने हिरदे नूं सवारना है ताकि हिरदे च आके मालक वस जावे। मन नूं शिगारना है क्योंकि मन दे विच परमेश्वर ने वसना है। तन दे विच मन है, मन दे विच प्रभु ने वसना है। तन मैं मनुआ मन मैं साचा, सो साचा मिल साचे राजा। सो इन्ना ही करन दी लोड़ है सानू। नेत्रां दा शिगार करना है, पैकिया दे सलाइया नैनी पाव का कर शिगारो तां सुहागण जानिए लागी जा सो तरे प्यारो। सो आओ हुण इन्नी क विचार करते हाँ। बहुत सारिया भुल्लां हो जांदियां हन। आप संगत सतगुरु जी बख्शण जोग हो, बख्श लेना जी। वाहिगुरु जी का खालसा वाहिगुरु जी की फतेह।